राजेश बाघा जुड़े ने बीजेपी तो और लाल सिंह जुड़े ने आम आदमी पार्टी तो। सो मेरा एक सवाल बाघा जी ये है कि ਆਪਾਂ सिर्फ SC वोट बैंक की गल करते हैं ਜਦੋਂ ਜ਼ਿਕਰ ਹੁੰਦਾ ਹੈ ਆਪਾਂ ਦਲਿਤ ਵਰਗ ਦੀ ਗੱਲ ਕਰਦੇ ਹਾਂ SC ਵੋਟ ਦੀ ਜਦੋਂ ਕਿ BC ਵਰਗ ਜਿਹੜਾ ਹੈ ਉਹ ਵੀ ਇੱਕ ਵੱਡਾ ਵੋਟ ਬੈਂਕ ਹੈ ਔਰ OBC ਜਿਹੜੀ ਕੈਟਾਗਰੀ ਹੈ ਉਹ ਵੀ ਵੱਡਾ ਵੋਟ ਬੈਂਕ ਹੈ। ਪਰ ਜਦੋਂ ਕੋਈ ਬਿਆਨਬਾਜ਼ੀ ਹੁੰਦੀ ਹੈ ਜਾਂ ਸਿਆਸੀ ਪਾਰਟੀਆਂ ਕੋਈ ਵੀ ਚਾਹੇ ਵੋਟ ਬੈਂਕ ਦੇ ਮੱਦੇਨਜ਼ਰ ਹੀ ਹੁੰਦਾ ਹੈ ਇਹ ਸਭ ਕੁਝ ਪਰ ਉਹਦੇ ਚ ਦਲਿਤ ਵਰਗ ਨੂੰ ਜਾਂ SC ਭਾਈਚਾਰੇ ਨੂੰ ਤਾਂ ਕਿਹਾ ਜਾਂਦਾ ਹੈ ਪਰ ਦੂਸਰੇ ਜਿਹੜੇ ਵਰਗ ਨੇ BC ਹੈ ਜਾਂ OBC ਹੈ ਹਰ ਕਿਸੇ ਦੀ ਆਪਣੀ ਨੁਮਾਇੰਦਗੀ ਹੈ ਔਰ ਹਰ ਕੋਈ ਚਾਹੁੰਦਾ ਹੈ ਕਿ ਸਾਡੀ ਵੀ ਹਿੱਸੇਦਾਰੀ ਬਰਾਬਰ ਦੀ ਹੋਵੇ। ਉਸ ਲਿਹਾਜ਼ ਨਾਲ ਕਿਵੇਂ ਦੇਖਦੇ ਹੋ 2022 ਦੀਆਂ ਚੋਣਾਂ? ਦੇਖੋ ਵਿਜੇਪਾਲ ਜੀ ਜਿਹੜਾ ਸ਼ਡਿਊਲ ਕਾਸਟ ਆ ਪੰਜਾਬ 'ਚ ਇੱਕ ਸੰਵਿਧਾਨਿਕ ਉਹ ਇੱਕ ਲਿਸਟ ਆ ਸੂਚੀ ਆ ਉਹ ਸੂਚੀ ਦੇ ਕਾਰਨ ਲੱਗਦਾ ਵੀ ਪਿਛੜ ਗਏ ਤੇ ਉਹਨਾਂ ਨੂੰ ਬਰਾਬਰ ਲਿਆਉਣ ਲਈ ਸਮਾਨਤਾ ਚਾਹੀਦੀ ਆ। ਤੁਹਾਨੂੰ ਯਾਦ ਹੋਣਾ ਯੂਪੀ 'ਚ ਵੀ ਜਿੰਨੀ ਵਾਰੀ ਭੈਣ ਮਾਇਆਵਤੀ ਜੀ ਪਹਿਲਾਂ ਮੁੱਖ ਮੰਤਰੀ ਬਣੇ ਆ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਰਿਜ਼ਰਵ ਸ਼ਡਿਊਲ ਕਾਸਟ ਹੋਣ ਦੇ ਕਾਰਨ ਇੱਕ ਮਹਿਲਾ ਨੂੰ ਹੋਣ ਦੇ ਕਾਰਨ ਤੇ ਉਹ ਪੂਰਾ ਉਹਨਾਂ ਦਾ ਮਾਨ ਸਨਮਾਨ ਉਹਨਾਂ ਨੂੰ ਮੁੱਖ ਮੰਤਰੀ ਬਣਵਾਇਆ ਸੀ। ਇਹ ਸ਼ਡਿਊਲ ਜਿਹੜਾ ਹਰੇਕ ਸੂਬੇ ਵਿੱਚ ਵੱਖਰਾ ਹੋ ਜਾਂਦਾ। ਪੰਜਾਬ ਜਿਹੜੇ ਸ਼ਡਿਊਲ ਕਾਸਟ ਆ ਉਹ ਦੂਜੇ ਜਾ ਕੇ ਜ਼ਿਲ੍ਹੇ 'ਚ ਉਹ ਸਟੇਟਾਂ 'ਚ ਬਦਲ ਜਾਂਦੇ ਆ ਜਿਹੜੇ ਦੂਜੇ ਸਟੇਟਾਂ ਦੇ ਪੰਜਾਬ 'ਚ ਆ ਕੇ ਬਦਲ ਜਾਂਦੇ ਕਿਉਂਕਿ ਇਹ ਸੰਵਿਧਾਨਿਕ ਸੂਚੀ ਆ ਇੱਕ ਇਹ ਕੋਈ ਕਾਸਟ ਨਹੀਂ ਕਹਿ ਸਕਦੇ ਜਾਂ ਇਹਨੂੰ ਧਰਮ ਨਹੀਂ ਕਹਿ ਸਕਦੇ ਇਹ ਇੱਕ ਸੂਚੀ ਆ ਸੂਚੀ ਦੇ ਵਿੱਚ ਕੋਈ ਕਾਸਟ ਆ ਜਾਂਦੀ ਹੈ ਕਿ ਚੱਲ ਜਾਂਦੀਆਂ ਇਹ ਇੱਕ ਸੰਵਿਧਾਨਿਕ ਸੂਚੀ ਹੋਣ ਦੇ ਕਾਰਨ ਉਹ ਵਰਗ ਜਿਹੜੇ ਜਿਨ੍ਹਾਂ ਦਾ ਛੂਆਛਾਤ ਹੋਇਆ ਸੀ ਉਹ ਵਰਗ ਨੂੰ ਮਹਿਸੂਸ ਕਰ ਰਿਹਾ ਵੀ ਸਾਨੂੰ ਮੌਕਾ ਮਿਲਣਾ ਚਾਹੀਦਾ। ਇਸ ਵਾਸਤੇ ਕੋਈ ਮਾੜੀ ਗੱਲ ਨਹੀਂ ਜੇ ਉਹਨਾਂ ਨੂੰ ਬਣਾ ਦਿੱਤਾ ਜਾਵੇ ਪਰੰਤੂ ਜਦੋਂ ਗੱਲ ਚੱਲੀ ਸੀ ਵੀ ਡਿਪਟੀ CM ਉਦੋਂ ਬਹੁਤ ਸਾਰੇ ਬੁੱਧਵਾਨਾਂ ਨੇ ਬੁੱਧੀਜੀਵੀਆਂ ਨੇ ਕਿਹਾ ਸੀ ਵੀ ਡਿਪਟੀ CM ਕਿਉਂ ਵੀ CM ਕਿਉਂ ਨਹੀਂ ਤੇ ਇਸ ਵਾਸਤੇ ਸਾਰਿਆਂ ਨੇ ਚਰਚਾ ਵੱਧਦੀ ਅੱਜ ਅਸੀਂ ਸਾਰੇ ਚੈਨਲ ਤੇ ਤੁਹਾਡੇ ਚੈਨਲ ਤੇ ਖਾਸ ਕਰਕੇ ਅੱਜ ਪੂਰੇ ਦਿਨ ਡਿਬੇਟ ਚੱਲ ਰਹੀ ਆ ਵੀ ਦਲਿਤ CM ਦੀ ਜੀ ਇਹ ਜਿਹੜੀਆਂ ਪਾਰਟੀਆਂ ਅੱਜ ਗੱਲ ਕਰ ਰਹੀਆਂ ਬਾਕੀ ਚਾਹੇ ਉਹ ਕਾਂਗਰਸ ਆ ਕਾਂਗਰਸ ਦਾ ਵੀ ਤੁਹਾਨੂੰ ਪਤਾ ਹੋਣਾ ਵੀ ਜਦੋਂ ਕੈਪਟਨ ਸਾਹਿਬ ਨੇ ਇਲੈਕਸ਼ਨ ਲੜੀ ਸੀ ਉਦੋਂ ਕਿਹਾ ਸੀ ਅਸੀਂ ਡਿਪਟੀ CM ਬਣਾਵਾਂਗੇ ਪਰੰਤੂ ਅੱਜ ਜੋ ਉੱਥੇ ਸ਼ਡਿਊਲ ਕਾਸਟਾਂ ਦੇ ਹਾਲਾਤ ਆ ਜਾਂ ਉੱਥੇ ਜੋ ਕੰਮ ਹੋ ਰਹੇ ਆ ਤੇ ਉਹ ਸਾਰਿਆਂ ਦੇ TV ਚੈਨਲ ਸਭ ਪਤਾ ਵੀ ਕਿਹੋ ਜਿਹੇ ਹਾਲਾਤ ਆ ਤੇ ਇਸ ਵਾਸਤੇ ਉਹ ਵੀ ਪਾਰਟੀ ਕੋਈ ਵਾਅਦਾ ਪੂਰਾ ਕਰਕੇ ਨਹੀਂ ਖਰਾ ਉਤਰ ਪਾਈ ਤੇ ਇਸ ਵਾਸਤੇ ਇਹ ਜਿਹੜੇ ਸੰਵਿਧਾਨਿਕ ਤੌਰ ਤੇ ਸ਼ਡਿਊਲ ਕਾਸਟ ਨੂੰ ਲੱਗਦਾ ਹੁੰਦਾ ਵੀ ਅਸੀਂ ਪਿੱਛੇ ਆ ਤੇ ਸਾਡਾ ਜਿਹੜਾ ਵੀ ਕੋਈ CM ਬਣਦਾ ਤੇ ਇੱਕ ਚੰਗੀ ਗੱਲ ਹੋਊਗੀ। ਇਸ ਵਾਸਤੇ ਕੋਈ ਪਾਰਟੀ ਇਹਦਾ ਵਿਰੋਧ ਨਹੀਂ ਕਰਦੀ ਨਾ ਇਹਦੇ ਕੋਈ ਬਰਖਲਾਫ ਆ ਪਰ ਨਾ ਕੋਈ ਦੂਸਰੀ ਬਰਾਦਰੀ ਕਰਦੀ। ਇਹੀ ਸਵਾਲ ਮੇਰਾ ਤੁਹਾਨੂੰ ਲੱਗਦਾ ਵੀ ਜੇ ਬਣ ਜਾਓ ਤੇ ਮਾੜੀ ਗੱਲ ਕੀ ਹੈ? ਟੀਨੂ ਜੀ ਇਹੀ ਸਵਾਲ ਮੇਰਾ ਤੁਹਾਡੇ ਤੋਂ ਵੀ ਹੈ ਕਿ ਬਹੁਤ ਸਾਰੇ ਵਰਗ ਨੇ ਬੜੇ ਸਾਰੇ ਫੈਕਟਰ ਨੇ ਪਰ ਕੁੱਲ ਮਿਲਾ ਕੇ ਜਿਹੜੀ ਟੇਕ ਹੈ ਉਹ ਇੱਥੇ ਆ ਕੇ ਰੁਕ ਜਾਂਦੀ ਹੈ ਜਾਂ ਚਰਚਾ ਦੇ ਵਿੱਚ ਕਹੀਏ ਆਪਾਂ ਜ਼ਿਆਦਾ ਉਹ ਚੀਜ਼ਾਂ ਆਉਂਦੀਆਂ ਬਾਕੀ ਜਿਹੜੇ ਵਰਗ ਨੇ ਉਹ ਕਈ ਵਾਰੀ ਪਿੱਛੇ ਰਹਿ ਜਾਂਦੇ ਨੇ। देखो विजयपाल जी अपने पंजाब नूं थोड़ा जिहा अलग करके देखिए क्योंकि पंजाब विच गुरुआं दी विचारधारा होण करके थोड़े जे हालात सुखावे चंगे बाकी सारे इंडिया च तुसीं देखो जात पात दा जिहड़ा बहुत वड्डा असर आ छूआछूत दा हाले भी बड़ा वड्डा असर तुसीं देखिया होना यूपी च पिछे जे हाथरस विच की होया जी हुणे घटना हो के हटी ताजी मेरा कहने का मतलब ये देश दे विच बहुत हिस्टरी आ लंबी चौड़ी जाति उत्पीड़न दी इनइक्वालिटी दी अत्याचार दी इनू तां विदेशों च भी लोग उठाउंदे रहे लेकिन बदकिस्मती ये है कि डॉक्टर अंबेडकर साहब ने संविधान दे विच सारे हक हकूक बराबर देते लेकिन ਜਿਹੜੀਆਂ ਹਕੂਮਤਾਂ ਆਈਆਂ ਜਿਹੜੀਆਂ पॉलिटिकल पार्टियां ने राज किया इत्थे आण के मैं सब तो वध ਕਾਂਗਰਸ ਨੂੰ ਜ਼ਿੰਮੇਵਾਰ ਸਮਝਦਾ ਕਿਉਂਕਿ SC ਤੇ BC ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਹੈ ਜੀ BC ਵੀ ਬਹੁਤ ਪੀੜਿਤ ਆ ਆਰਥਿਕ ਤੌਰ ਤੇ ਬਹੁਤ ਪਿੱਛੇ ਆ ਉਹਨਾਂ ਨਾਲ ਵੀ ਦੇਸ਼ ਦੇ ਕਈ ਕੋਨਿਆਂ 'ਚ ਉਹਨਾਂ ਨਾਲ ਵੀ ਡਿਸਕ੍ਰਿਮੀਨੇਸ਼ਨ ਹੁੰਦਾ ਆ ਔਰ ਤਾਮਿਲਨਾਡੂ 'ਚ ਤੁਸੀਂ ਦੇਖੋ BC ਦੀ ਪਾਰਟੀ ਹੈ ਜਿਹੜੀ ਇਸ ਵਾਰੀ DMK ਜਿੱਤੀ ਉੱਥੋਂ MK ਸਟਾਲਿਨ ਉਹ ਸਪੈਸ਼ਲਿਸਟ ਆ ਬੈਕਵਰਡ ਕਲਾਸਿਸ ਦੇ ਉੱਥੇ ਲਹਿਰਾਂ ਵੀ ਚੱਲੀਆਂ BC ਦੇ ਹੱਕ 'ਚ ਬਹੁਤ ਵੱਡੀਆਂ ਉਹਨਾਂ ਦੀ ਇੱਕ ਵਿਚਾਰਧਾਰਾ ਚਲੋ ਬੜਾ ਲੰਬਾ ਚੌੜਾ ਸਬਜੈਕਟ ਆ ਜੀ ਇੱਥੇ ਜਿਹੜਾ ਪੰਜਾਬ ਆ ਪੰਜਾਬ 'ਚ ਥੋੜਾ ਜਿਹਾ ਅਲੱਗ ਕਰਕੇ ਮੈਂ ਇਸ ਕਰਕੇ ਦੇਖਦਾ ਕਿ ਇੱਥੇ ਗੁਰੂਆਂ ਦੀ ਲਹਿਰ ਹੈ
ਜੀ ਤੇ ਪੂਰੇ ਦੇਸ਼ ਵਿੱਚ ਕਾਂਗਰਸ ਸੱਤਾ 'ਚ ਰਹੀ ਲੰਬਾ ਚੌੜਾ 50-55 ਸਾਲ। ਉਹਨਾਂ ਨੇ ਆ ਕੇ ਇੱਥੇ ਦੀ ਗਰੀਬੀ, ਇੱਥੇ ਦੀ ਅਨਪੜ੍ਹਤਾ, ਇੱਥੇ ਦਾ ਜਾਤੀ ਪਾਤੀ ਸਿਸਟਮ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਬਲਕਿ ਐਜ਼ ਇਟ ਇਜ਼ ਬਈ ਜਿੱਦਾਂ ਸਟੇਟਸ ਕੋ ਹੈਗਾ, ਜਿੱਦਾਂ ਚੱਲਦਾ ਰੂਲ ਕਰੀ ਚੱਲੋ, ਚਲਾਈ ਚੱਲੋ। ਉਹਦੇ ਵਿੱਚ ਕੀ ਹੋਇਆ, ਪਾਲਿਸੀਆਂ ਇਦਾਂ ਦੀਆਂ ਬਣਾਈਆਂ ਕਿ ਅਮੀਰ ਅਮੀਰ ਹੁੰਦਾ ਚਲਾ ਗਿਆ, ਗਰੀਬ ਵਿਚਾਰਾ ਉੱਥੇ ਦਾ ਉੱਥੇ ਰਹਿ ਗਿਆ ਜਾਂ ਪਿੱਛੇ ਧਕੇਲਿਆ ਗਿਆ। ਅੱਜ ਵੀ ਵਿਜੇਪਾਲ ਜੀ, ਅੱਜ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਸੋਚ ਇਹੀ ਆ ਕਿ ਗਰੀਬ ਨੂੰ ਮਜ਼ਦੂਰ ਦਾ ਮਜ਼ਦੂਰ ਰੱਖੋ, ਬੰਧੂਆ ਬਣਾ ਕੇ ਰੱਖੋ। ਉਹਨਾਂ ਦੇ ਖਿਲਾਫ ਬਿੱਲ ਪਾਸ ਕੀਤੇ ਜਾ ਰਹੇ, ਚਾਹੇ ਕਿਸਾਨ ਹੋਵੇ। ਮੈਂ ਟੀਨੂ ਜੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਪੰਜਾਬ ਦੀ, ਅਗਰ ਮੈਂ ਪੋਲਿਟਿਕਸ ਦੀ ਗੱਲ ਕਰ ਲਾਂ ਤਾਂ 15 ਸਾਲ ਤਾਂ ਅਕਾਲੀ ਵੀ ਸੱਤਾ ਦੇ ਵਿੱਚ ਰਹੇ ਨੇ। 97 ਤੋਂ ਲੈ ਕੇ, ਜੇ ਮੈਂ ਹੋਰ ਪਿੱਛੇ ਨਾ ਜਾਵਾਂ, ਪਿਛਲੇ ਵਾਲੇ ਟੈਨਿਓਰ ਛੱਡ ਦਿਆਂ ਤਾਂ 97 ਤੋਂ ਲੈ ਕੇ 2002 ਤੱਕ, ਔਰ ਉਸ ਤੋਂ ਬਾਅਦ 7 ਤੋਂ ਲੈ ਕੇ 17 ਤੱਕ 15 ਸਾਲ ਤੱਕ ਅਕਾਲੀ ਦਲ ਕੋਲੇ ਵੀ ਰਿਹਾ। ਤੁਸੀਂ ਉਹਦੇ 'ਚ ਕੀ ਪਾਲਿਸੀਜ਼ ਚੇਂਜ ਕੀਤੀਆਂ? ਔਰ ਦੂਸਰੀ ਗੱਲ, ਮੈਂ ਇਹਦਾ ਜਵਾਬ ਜਿਹੜਾ ਬਾਘਾ ਜੀ ਨੇ ਵਾਰੀ-ਵਾਰੀ ਗੱਲ ਕੀਤੀ ਹੈ, ਇਹ ਵੀ ਔਨ ਰਿਕਾਰਡ ਹੈ ਕਿ ਉਸ ਵੇਲੇ ਬੀਜੇਪੀ ਦਾ ਡਿਪਟੀ ਸੀਐਮ, ਬਿਲਕੁਲ ਇਸ 'ਚ ਕੋਈ ਦੋ ਰਾਏ ਨਹੀਂ, ਬਿਆਨ ਵੀ ਸੀਗੇ ਕਿ ਬੀਜੇਪੀ ਦਾ ਡਿਪਟੀ ਸੀਐਮ ਹੋਊਗਾ, ਪਰ ਐਂਡ ਤੇ ਜਾ ਕੇ ਸੁਖਬੀਰ ਬਾਦਲ ਨੂੰ ਡਿਪਟੀ ਸੀਐਮ ਬਣਾਤਾ। ਬੀਜੇਪੀ ਤਾਂ ਝਾਕਦੀ ਰਹੀ, ਉਸ ਸੀਟ ਵੱਲ ਦਿੱਤੀ ਨਹੀਂ ਗਈ ਐਂਡ ਤੱਕ। ਵਿਜੇਪਾਲ ਜੀ, ਮੈਂ ਦੱਸ ਦਿੰਦਾ ਤੁਹਾਨੂੰ, ਇਹ ਬਿਲਕੁਲ ਦੱਬੀ ਆਵਾਜ਼ ਵਿੱਚ ਇਹਨਾਂ ਨੇ ਗੱਲ ਜ਼ਰੂਰ ਕੀਤੀ ਹੋਊਗੀ ਅੰਦਰ, ਮੈਨੂੰ ਉਹਦਾ ਪੁਰਾਣੀ ਗੱਲ ਦਾ ਪਤਾ ਨਹੀਂ, ਪਰ ਇਹ ਗੱਲ ਕਰਦੇ ਹੁੰਦੇ ਸੀ ਮਨੋਰੰਜਨ ਕਾਲੀਏ ਨੂੰ ਬਣਾਉਣ ਦੀ, ਇਹ ਗੱਲ ਕਰਦੇ ਹੁੰਦੇ ਸੀ ਮਦਨ ਮੋਹਨ ਮਿੱਤਲ ਨੂੰ ਬਣਾਉਣ ਦੀ। ਸੋ ਇਹ ਮੈਨੂੰ ਯਾਦ ਹੈ, ਅਖਬਾਰਾਂ 'ਚ ਵੀ ਆਉਂਦਾ ਰਿਹਾ। ਕਦੀ ਇਹਨਾਂ ਨੇ ਉਹ ਵਿਚਾਰੇ ਚੋਨੀ ਲਾਲ ਭਗਤ ਦੀ ਕਦੀ ਗੱਲ ਹੀ ਨਹੀਂ ਕੀਤੀ ਇਹਨਾਂ ਨੇ। ਸੋ ਇਸ ਕਰਕੇ ਬੀਜੇਪੀ ਕਹਿਣ ਦੀਆਂ ਗੱਲਾਂ ਹੋਰ ਕਰਦੀ ਆ, ਦਿਖਾਉਂਦੀ ਕੁਝ ਹੋਰ ਆ। ਸੋ ਮੈਂ ਜਿਹੜੀ ਜਿੱਥੇ ਗੱਲ ਮੈਂ ਕਰ ਰਿਹਾ ਸੀ ਜੀ, ਅੱਜ ਵੀ ਬੀਜੇਪੀ ਵੀ ਉਸੇ ਪਾਸੇ ਨਹੀਂ, ਬੀਜੇਪੀ ਵੀ ਉਸੇ ਪਾਸੇ ਤੁਰੀ ਹੋਈ ਆ। ਅੱਜ ਵੀ ਬੀਜੇਪੀ ਦੇਸ਼ ਦੇ ਕਿਸਾਨ, ਦੇਸ਼ ਦੇ ਮਜ਼ਦੂਰਾਂ ਦੇ ਖਿਲਾਫ ਫੈਸਲੇ ਲੈ ਰਹੀ ਆ ਤੇ ਉਹਨਾਂ ਨੂੰ ਪੁੱਛਿਆ ਵੀ ਨਹੀਂ ਜਾ ਰਿਹਾ, ਉਹਨਾਂ ਦੀ ਸਹਿਮਤੀ ਵੀ ਨਹੀਂ ਲਈ ਜਾ ਰਹੀ। ਸੋ ਇਸ ਕਰਕੇ ਅੱਜ ਦੇਸ਼ ਦੇ ਸੰਵਿਧਾਨ ਨੂੰ ਤਾਕ ਤੇ ਰੱਖ ਕੇ, ਸੰਵਿਧਾਨ ਨੂੰ ਨਰਿੰਦਰ ਮੋਦੀ ਦੀ ਸਰਕਾਰ ਚਾਹੁੰਦੀ ਵੀ ਪੂਜਣ ਵਾਲੀ ਇੱਕ ਕਿਤਾਬ ਸਮਝ ਲਓ, ਇਹਨੂੰ ਲਾਗੂ ਨਹੀਂ ਕਰਨਾ। ਤੁਸੀਂ ਦੇਖੋ ਸੰਵਿਧਾਨ ਦੇ ਅੰਦਰ, ਮੈਂ ਤੁਹਾਡਾ ਪੁਆਇੰਟ ਕੰਪਲੀਟ ਕਰ, ਮੈਂ ਤੁਹਾਡਾ ਪੁਆਇੰਟ ਸਮਝ ਗਿਆ ਜੀ। ਫਿਰ ਆਪਾਂ ਜ਼ਿਆਦਾ ਲੰਬੀ, ਆਪਾਂ ਉਹਦੇ ਬਹੁਤ ਅੱਗੇ ਉਹਦੇ ਵਿੱਚ ਡੀਪਲੀ ਚਲੇ ਜਾਂਦੇ ਆ, ਫਿਰ ਕਈ ਵਾਰੀ ਮੁੱਦਾ ਨਾ ਡੀਰੇਲ ਹੋ ਜੇ। ਮੇਰੇ ਕਹਿਣ ਦਾ ਮਤਲਬ ਇਹ ਹੈ, ਜਾਂ ਆਪਣਾ ਫੋਕਸ ਜਿਹੜਾ ਇਹ ਹੈ ਕਿ 2022 ਦੇ ਵਿੱਚ ਕਿ ਕਿੰਨਾ ਜਿਹੜੀ ਪੰਜਾਬ ਦੀ ਸਿਆਸਤ ਹੈ ਉਹ ਪ੍ਰਭਾਵਿਤ ਹੋਏਗੀ, ਉਸ ਤੇ ਕਿੰਨਾ ਅਸਰ ਪਏਗਾ। ਜਿਹੜੀ ਗੱਲ ਟੀਨੂ ਜੀ ਨੇ ਜਵਾਬ ਦੇਣ ਲੱਗਾ, ਠੀਕ ਹੈ, ਫਿਰ ਘੱਟ ਸ਼ਬਦਾਂ 'ਚ ਕਰੋ, ਮੈਂ ਅੱਗੇ ਬਾਘਾ ਜੀ ਤੋਂ ਜਵਾਬ ਲੈਣਾ। ਲਾਲਚੰਦ ਜੀ ਵੀ ਵੇਟ ਕਰ ਰਹੇ, ਲਾਲ ਸਿੰਘ ਜੀ ਵੇਟ ਕਰ ਰਹੇ ਨੇ। ਤੁਹਾਨੂੰ ਯਾਦ ਹੋਏਗਾ ਪਿਛਲੀ ਵਾਰ ਜਦੋਂ ਸਾਡੀ ਸਰਕਾਰ ਸੀ, ਵਿਧਾਨ ਸਭਾ 'ਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ 'ਚ ਕਾਂਗਰਸ ਦੇ ਲੀਡਰਾਂ ਨੂੰ ਪੁੱਛਿਆ ਵੀ ਤੁਸੀਂ ਕੋਈ 5 ਕੰਮ ਗਿਣਾਓ ਜਿਹੜੇ ਪੰਜਾਬ ਲਈ, ਗਰੀਬਾਂ ਲਈ ਕੀਤੇ ਹੋਣ। ਫਿਰ ਉਹਨਾਂ ਕਿਹਾ 4 ਗਿਣਾਓ, 3 ਗਿਣਾਓ, ਤੇ ਇੱਕ ਕੰਮ ਗਿਣਾਇਆ ਸੀ ਚਰਨਜੀਤ ਚੰਨੀ ਨੇ ਵੀ ਅਸੀਂ ਪੈਚ ਵਰਕ ਕੀਤਾ। ਅੱਜ ਵੀ ਜਿਹੜੀਆਂ ਸਕੀਮਾਂ ਚੱਲਦੀਆਂ, ਚਾਹੇ ਉਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਆ, ਚਾਹੇ ਉਹ ਸਾਈਕਲਾਂ ਦੀ ਆ, ਚਾਹੇ 12ਵੀਂ ਤੱਕ ਪੜ੍ਹਾਈ ਮੁਫਤ ਆ, ਚਾਹੇ ਸ਼ਗਨ ਸਕੀਮ ਆ, ਚਾਹੇ ਗਰੀਬਾਂ ਨੂੰ 400 ਯੂਨਿਟ ਬਿਜਲੀ ਦਾ ਮੁਫਤ ਮਿਲਦਾ ਆ, ਇਹ ਸਾਰੀਆਂ ਸਕੀਮਾਂ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਬਣਾਈਆਂ। ਕਾਂਗਰਸ ਕੋਲ ਦੱਸਣ ਦੀ ਪੰਜਾਬ 'ਚ ਇੱਕ ਵੀ ਸਕੀਮ ਨਹੀਂ ਜਿਹਨਾਂ ਦਲਤਾਂ ਨੂੰ, ਗਰੀਬਾਂ ਨੂੰ ਫਾਇਦਾ ਹੋਇਆ। ਅਸੀਂ ਕੋਸ਼ਿਸ਼ ਕੀਤੀ ਸੀ, ਜੁੜੇ ਨਹੀਂ, ਮੈਂ ਆਪਾਂ ਜਵਾਬ ਜ਼ਰੂਰ ਲੈ ਲੈਂਦੇ ਉਹਨਾਂ ਤੋਂ। ਬਾਘਾ ਜੀ ਬੈਠੇ ਨੇ। ਬਾਘਾ ਜੀ, ਜਿਹੜੀ ਗੱਲ ਟੀਨੂ ਹੋਰਾਂ ਨੇ ਛੇੜੀ ਮਾੜੀ ਜੀ ਕਿਸਾਨ ਪ੍ਰੋਟੈਸਟ ਦੀ, ਮੈਂ ਉਸ ਚੀਜ਼ ਤੇ ਆਉਣਾ ਚਾਹੂੰਗਾ, ਫਿਰ ਮੈਂ ਲਾਲਚੰਦ ਜੀ ਤੋਂ ਇਸ ਤੇ ਕਮੈਂਟ ਲਊਂਗਾ। ਬੇਸਿਕਲੀ ਇਸ ਵੇਲੇ ਜੋ ਸਿਚੁਏਸ਼ਨ ਹੈ, ਬੀਜੇਪੀ ਦੀ ਜੋ ਸਥਿਤੀ ਹੈ ਪੰਜਾਬ ਦੇ ਵਿੱਚ, ਤੁਹਾਡੇ ਬੰਦੇ ਤਾਂ ਬਾਹਰ ਨਹੀਂ ਨਿਕਲ ਪਾ ਰਹੇ, ਕੈਂਪੇਨ ਤੱਕ ਨਹੀਂ ਕਰ ਪਾਏ, ਚਾਹੇ ਪਿੱਛੇ ਆ ਜਿਹੜੀਆਂ ਚੋਣਾਂ ਲੰਘ ਕੇ ਗਈਆਂ ਹੋਣ, ਉਸ ਨੂੰ ਲੈ ਕੇ ਵਜ੍ਹਾ ਰਹੀ ਹੈ ਇੱਕੋ ਇੱਕ, ਸਭ ਨੂੰ ਪਤਾ ਹੈ, ਕਿਸਾਨ ਪ੍ਰੋਟੈਸਟ, ਔਰ ਉਸ ਦਾ ਕੋਈ ਹੱਲ ਨਹੀਂ ਹੋ ਰਿਹਾ। 6 ਮਹੀਨਿਆਂ ਬਾਅਦ ਕਿਸਾਨ ਫਿਰ ਸੜਕਾਂ ਤੇ ਨਿਕਲਿਆ ਕੋਵਿਡ ਦੇ ਟਾਈਮ ਦੇ ਵਿੱਚ। ਐਸੇ ਵਿੱਚ ਕੀ ਬੀਜੇਪੀ ਨੂੰ ਇਹ ਨਹੀਂ ਲੱਗਦਾ ਕਿ ਸਾਡੀ ਪੰਜਾਬ ਦੇ ਵਿੱਚ ਜਿਹੜੀ ਸਿਆਸੀ ਜ਼ਮੀਨ ਹੈ ਉਹ ਤਾਂ ਕਿਸਾਨੀ ਦੀ ਵਜ੍ਹਾ ਨਾਲ ਕਿਤੇ ਸਾਡੇ ਤੋਂ ਖੁੱਸ ਨਾ ਜਾਵੇ, ਇਸ ਕਰਕੇ ਦਲਿਤ ਵਾਲਾ ਪਤਾ ਖੇਡ ਜੋ? ਪਹਿਲੀ ਗੱਲ ਤੇ ਟੀਨੂ ਭਾਜੀ ਨੇ ਕਿਹਾ ਵੀ ਉਦੋਂ ਦੱਬੀ ਆਵਾਜ਼ 'ਚ ਕਿਤੇ ਮੰਗਿਆ ਹੋਊਗਾ, ਵਿਧਾਇਕ ਦਲ ਦਾ ਜਿਹੜਾ ਨੇਤਾ ਹੁੰਦਾ ਉਹੀ ਡਿਪਟੀ ਸੀਐਮ ਬਣਦਾ। ਭਗਤ ਚੁੰਨੀ ਲਾਲ ਜੀ ਦਾ ਉਸ ਟਾਈਮ ਤੇ ਵਿਧਾਇਕ ਦਲ ਦਾ ਨੇਤਾ ਹੋਣਾ ਇਹ ਤੈਅ ਸੀ ਵੀ ਉਹੀ ਡਿਪਟੀ ਸੀਐਮ ਬਣਨਗੇ, ਇਹ ਚ ਕੋਈ ਦੋ ਰਾਏ ਨਹੀਂ। ਅਖਬਾਰਾਂ ਵਿੱਚ ਆਉਂਦਾ ਸੀ ਵੀ ਅਸੀਂ ਦਿੱਲੀ ਜਾ ਕੇ, ਕਿਉਂਕਿ ਸਾਡੀ ਨੈਸ਼ਨਲ ਪਾਰਟੀ ਆ, ਸਾਡੀ ਜਦੋਂ ਵੀ ਗੱਲਬਾਤ ਹੁੰਦੀ ਸੀ ਚੁੱਪ ਕਿਉਂ ਕਰਦੇ ਸੀ, ਅਸੀਂ ਦਿੱਲੀ ਕਰਦੇ ਸੀ, ਲੜਾਈ ਲੜਨੀ ਚਾਹੀਦੀ ਸੀ ਉਹਨਾਂ ਵਾਸਤੇ। ਦਿੱਲੀ ਵਾਲੇ ਸਾਨੂੰ, ਮੈਂ ਉਹ ਜਵਾਬ ਦਿੰਦਾ ਤੁਹਾਨੂੰ ਟੀਨੂ ਭਾਜੀ,
ਆਮ ਤੌਰ ਤੇ ਹੁੰਦਾ ਸਾਨੂੰ ਉਦੋਂ ਸਾਡਾ ਕੇਂਦਰੀ ਲੀਡਰਸ਼ਿਪ ਇਹ ਕਹਿੰਦਾ ਸੀ ਵੀ ਇੱਕ 9 ਮਾਸ ਦਾ ਰਿਸ਼ਤਾ ਆ, ਪੁਰਾਣਾ ਗੱਠਜੋੜ ਆ, ਇਹ ਹਿੰਦੂ ਭਾਈਚਾਰੇ ਦੇ ਦੋਨੇ ਪਾਰਟੀਆਂ ਦਾ ਰਿਸ਼ਤਾ ਆ। ਇਸ ਵਾਸਤੇ ਅਸੀਂ ਆਪਣਾ ਜਿਹੜਾ ਕੁਰਬਾਨੀ ਦਿੱਤੀ ਉਸ ਟਾਈਮ ਤੇ, ਇਹ ਤੇ ਤੁਹਾਨੂੰ ਆਸਾਨਮੰਦ ਹੋਣਾ ਚਾਹੀਦਾ ਸੀ, ਪਰ ਤੁਸੀਂ ਕਦੀ ਵੀ ਆਸਾਨ ਕੁਰਬਾਨੀ ਦਿੱਤੀ ਆ, ਦਲਿਤ ਦੀ ਕੁਰਬਾਨੀ ਦਿੱਤੀ ਆ, ਤੇ ਉਹ ਤੁਸੀਂ ਦਿੱਤੀ ਆ, ਤੁਹਾਡੇ ਘਰ ਪਰਿਵਾਰ ਦੇ ਕੰਮ ਦਿੱਤੀ ਆ, ਕਿਉਂਕਿ ਇੱਕ ਪਰਿਵਾਰ ਨੂੰ ਖੁਸ਼ ਰੱਖਣਾ ਬਹੁਤ ਜ਼ਰੂਰੀ ਸੀ ਉਸ ਟਾਈਮ ਤੇ। ਅਸੀਂ ਤਾਂ ਪਰਿਵਾਰਵਾਦ ਲੈਂਦੇ ਨਹੀਂ, ਕਦੇ ਕਿਸੇ ਪਰਿਵਾਰ ਨੂੰ ਟਿਕਟਾਂ ਨਹੀਂ ਦਿੰਦੇ, ਪਰੰਤੂ ਜਿਹੜਾ ਪਰਿਵਾਰ ਦਾ ਪੂਰਾ ਪਰਿਵਾਰ ਤੇ ਅਸੀਂ ਵਿਧਾਇਕ ਦਲ ਦਾ ਨੇਤਾ ਬਣਾਇਆ, ਉਹ ਤੈਅ ਸੀ ਵੀ ਉਹ ਡਿਪਟੀ ਸੀਐਮ ਬਣੂਗਾ, ਇਹ ਤੇ ਕਲੀਅਰ ਸੀ। ਜਾਂ ਤੇ ਅਸੀਂ ਉਹਨੂੰ ਵਿਧਾਇਕ ਦਲ ਦਾ ਨੇਤਾ ਨਾ ਬਣਾਉਂਦੇ ਤਾਂ ਤੁਸੀਂ ਕਹਿ ਸਕਦੇ ਵੀ ਅਸੀਂ ਕੁਰਬਾਨੀ ਦਿੱਤੀ ਆ, ਵੀ ਅਸੀਂ ਹੋਰ ਕਿਸੇ ਨੂੰ ਬਣਾਤਾ, ਤੇ ਤੁਸੀਂ ਡਿਪਟੀ ਸੀਐਮ ਨਹੀਂ ਬਣ ਦਿੱਤਾ। ਇਹਦੇ ਵਿੱਚ ਉਸ ਟਾਈਮ ਦੇ ਚਾਹੇ ਤੁਸੀਂ ਟੀਵੀ ਚੈਨਲ ਦੇਖ ਲਓ ਵੀ ਸਾਡਾ ਭਾਜਪਾ ਵਾਲੇ ਨਾਰਾਜ਼ ਹੁੰਦੇ ਸੀ, ਜਾ ਕੇ ਬਾਦਲ ਸਾਹਿਬ ਨਾਲ ਗੱਲ ਕਰਦੇ, ਬਾਦਲ ਸਾਹਿਬ ਕਹਿੰਦੇ ਥੋੜੇ ਦਿਨ ਠਹਿਰੋ ਅਸੀਂ ਇਹਦਾ ਹੱਲ ਕਰ ਦਾਂਗੇ, ਆਪਾਂ 2 ਡਿਪਟੀ ਸੀਐਮ ਬਣਾਉਂਦੇ ਆ। ਅੱਜ ਕਈ ਪ੍ਰਪੋਜ਼ਲ ਆਈਆਂ ਉਦੋਂ, ਪਰ ਉਹ ਪ੍ਰਪੋਜ਼ਲ ਕਾਗਜ਼ਾਂ 'ਚ ਹੀ ਰਹਿ ਗਈ, ਲਾਰਿਆਂ 'ਚ ਰਹਿ ਗਈ, ਉਹ ਲਾਰੇ ਕਦੀ ਇੰਪਲੀਮੈਂਟ ਨਹੀਂ ਹੋਏ, ਕਿਉਂਕਿ ਇਹ ਦਲਿਤ ਨੂੰ ਬਰਾਬਰ ਬਿਠਾ ਕੇ ਖੁਸ਼ ਨਹੀਂ ਸੀ ਵੀ ਇੱਕ ਦਲਿਤ ਬਰਾਬਰ ਡਿਪਟੀ ਸੀਐਮ ਬਹਿ ਜਾਊਗਾ ਤੇ ਸਾਡੀ ਵੈਲਿਊ ਖਤਮ ਹੋ ਜਾਊਗੀ। ਇਸ ਵਾਸਤੇ ਉਦੋਂ ਡਿਪਟੀ ਸੀਐਮ ਨੇ ਬਣਾਇਆ ਨਹੀਂ, ਉਦੋਂ ਰਾਣੀ ਕੇ ਸਾਹਿਬ ਨੂੰ ਕਿੰਨੀ ਦੇਰ ਮੰਤਰੀ ਬਣਾਇਆ, ਤੁਸੀਂ ਮਨੋਰੰਜਨ ਮੰਤਰੀ ਨੇ ਚਲਾਈ ਗਏ, ਠੀਕ ਨਹੀਂ। ਤੇ ਨਾ ਕਾਲੀਆ ਜੀ 2012 ਚ ਬਣੇ ਨਹੀਂ ਸੀ ਮੰਤਰੀ, ਇਹ ਤਾਂ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ, ਤੁਸੀਂ ਐਮਐਲਏ ਰਹੇ ਉਸ ਟਾਈਮ ਤੇ ਇਹ ਤੇ ਕਲੀਅਰ ਗੱਲਾਂ ਆ, ਇਹ ਤੇ ਕੱਲ ਦੀਆਂ ਗੱਲਾਂ ਨਾਲੇ, ਇਹ ਕੋਈ ਮੈਂ 47 ਦੀ ਗੱਲ ਨਹੀਂ ਕਰਦਾ ਵੀ ਜਿਹੜੀਆਂ ਗੱਲਾਂ ਆਪਾਂ ਮੁੱਕਰ ਜਾਈਏ ਜਾਂ ਇਹ ਤਾਂ 2012 ਤੇ 2017 ਤੇ ਮਾੜਾ ਮੋਟਾ ਹੋਏ, ਦਲਿਤ ਦੀ ਤਾਂ ਕੁਰਬਾਨੀ ਕਰਤੀ, ਸ਼ਹੀਦੀ ਪਾਤੀ। ਚਲੋ ਤੁਸੀਂ ਮੇਰੀ, ਮੈਂ ਫਿਰ ਲਾਲਚੰਦ ਜੀ ਤੋਂ ਇੱਕ ਪੁਆਇੰਟ ਲੈ ਲਾ, ਫਿਰ ਮੈਂ ਦੁਬਾਰਾ ਆਉਣਾ, ਤੁਸੀਂ ਉਸ ਗੱਲ ਤੇ ਆਏ ਨਹੀਂ। ਲਾਲਚੰਦ ਜੀ ਤੁਸੀਂ ਇਸ ਮੌਜੂਦਾ ਚਲੋ ਇਹ ਬਹਿਸ ਤੇ ਚੱਲਦੀ ਰਹੀ ਹੈ ਜੀ, ਉਹਨਾਂ ਨੇ ਨਹੀਂ ਬਣਾਇਆ ਜਾਏ, ਤੁਸੀਂ ਠੀਕ ਹੈ, ਚਲੋ ਅੱਜ ਗੱਲ ਕਹਿ ਤਾਂ ਦਿੱਤੀ ਖੁੱਲ ਕੇ। ਲਾਲਚੰਦ ਜੀ ਤੁਸੀਂ ਕਿਸ ਲਿਹਾਜ਼ ਨਾਲ ਦੇਖ ਰਹੇ ਹੋ ਇਸ ਵੇਲੇ ਇਸ ਚੀਜ਼ ਨੂੰ, ਕਿਉਂਕਿ ਜੋ ਇਸ ਵੇਲੇ ਪੰਜਾਬ ਦੀ ਸਿਆਸੀ ਸਥਿਤੀ ਬਣ ਚੁੱਕੀ ਹੈ, ਕਿਸਾਨ ਅੰਦੋਲਨ ਦੇ ਦੁਆਲੇ ਵੀ ਕਿਤੇ ਨਾ ਕਿਤੇ ਪੰਜਾਬ ਦੀ ਜਿਹੜੀ ਸੱਤਾ ਹੈ ਉਹ ਘੁੰਮ ਰਹੀ ਹੈ ਇਸ ਵੇਲੇ, ਕਿ ਇਹ ਇੱਕ ਬਹੁਤ ਵੱਡਾ ਫੈਕਟਰ ਹੋਊਗਾ। ਸੋ ਉਸ ਫੈਕਟਰ ਨੂੰ ਦੇਖਦੇ ਹੋਏ ਕਿਸ ਤਰੀਕੇ ਨਾਲ ਜਿਹੜਾ ਦਲਿਤ ਵੋਟ ਬੈਂਕ ਹੈ ਉਹ ਇਸ ਦੇ ਵਿੱਚ ਸਪੋਰਟਿਵ ਹੋ ਸਕਦਾ ਹੈ, ਕਿਉਂਕਿ ਉਹ ਵੋਟ ਬੈਂਕ ਵੀ ਕਿਸਾਨੀ ਦੇ ਨਾਲ ਜੁੜਿਆ ਹੋਇਆ, ਇਹ ਨਹੀਂ ਹੈ ਕਿ ਉਹ ਵੋਟ ਬੈਂਕ ਕਿਸਾਨੀ ਤੋਂ ਬਾਹਰ ਹੈ, ਉਹ ਇੱਕ ਵਰਗ ਹੋ ਸਕਦਾ ਹੈ, ਪਰ ਹੈ ਤੇ ਉਹ ਵੀ ਕਿਸਾਨ ਨੇ, ਉਹਨਾਂ ਦਾ ਵੀ ਬਹੁਤ ਵੱਡਾ ਰੋਲ ਹੈ ਦੇਸ਼ ਦੇ ਲਈ ਅਨਾਜ ਪੈਦਾ ਕਰਨ ਦੇ ਵਿੱਚ। ਬਰਾੜ ਸਾਹਿਬ ਮੇਰੀ ਅੱਜ ਪ੍ਰੋਬਲਮ ਹੈ ਵੀ ਮੈਂ ਪੂਰੀ ਤਰ੍ਹਾਂ ਸੁਣ ਨਹੀਂ ਪਾ ਰਿਹਾ, ਮੇਰੇ ਜੇ ਮੇਰੀ ਆਵਾਜ਼ ਸੁਣ ਪਾ ਜੀ, ਮੈਂ ਯਤਨ ਕਰੂੰਗਾ ਜਿੰਨਾ ਕਿ ਮੈਂ ਸੁਣ ਸਕਿਆ ਮੈਂ ਉਹਦੇ ਬਾਰੇ ਕਹਿਣਾ ਚਾਹੁੰਦਾ। ਪਹਿਲੀ ਗੱਲ ਤੇ ਇਹ ਹੈ ਵੀ ਲਗਾਤਾਰ ਜਿਹੜਾ ਅਕਾਲੀ ਦਲ ਦਾ ਰਾਜ ਰਿਹਾ ਸਾਡੇ ਪੰਜਾਬ ਦੇ ਅੰਦਰ, ਔਰ 5 ਵਾਰੇ ਕਾਂਗਰਸ ਦੇ ਵੀ ਮੁੱਕਣ ਲਈ ਜਾ ਰਹੇ ਆ, 4.25 ਸਾਲ ਹੋ ਗਏ ਆ ਪੰਜਾਬ ਦੇ ਅੰਦਰ, ਇਹ ਜਿਹੜੇ ਲਗਭਗ 20 ਵਰਿਆਂ ਦੇ ਅੰਦਰ ਜਿਹੜੇ ਦਾਗ ਵਰਤਮਾਨ ਸਰਕਾਰ ਤੇ ਤਾਂ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਉੱਤੇ ਲੱਗੇ ਆ, ਜਿਹੜੇ ਦਲਿਤ ਸਵਾਲਾਂ ਦੇ ਮਤਲਬ ਲਗਾਤਾਰ ਘੇਰੇ ਅੰਦਰ ਕਟਹਿਰੇ 'ਚ ਖੜੇ ਰਹੇ ਆ। ਮੈਂ ਕਹਿਣੀ ਚਾਹੁੰਦਾ ਵੀ ਇੱਥੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਜੇ ਕੋਈ ਮੁੱਕਰ ਜਾਂਦੇ ਆ, ਜਿਨ੍ਹਾਂ ਦੀ ਸਹੁੰ ਅਸੀਂ ਕਦੇ ਜੀਵਨ 'ਚ ਖਾ ਹੀ ਨਹੀਂ ਸਕਦੇ, ਜੇ ਖਾਣੇ ਆ ਤੇ ਸਿਰ ਨਿਵਾਣ ਤੱਕ ਜਾਂਦੇ ਆ, ਤੇ ਦਲਿਤਾਂ ਨਾਲ ਕੀਤੇ ਵਾਅਦਿਆਂ ਦੇ ਉੱਤੇ ਕਿਹੜਾ ਬੰਦਾ ਗਰੰਟੀ ਲਊਗਾ ਇਹਨਾਂ ਕੋਲ ਵੀ ਇਹ ਪੂਰੀਆਂ ਕਰਨਗੇ। ਪਿੰਡਾਂ ਦੇ ਅੰਦਰ ਸਾਡੇ ਵਿਹੜਿਆਂ 'ਚ ਜਾ ਕੇ ਪੰਚਾਇਤੀ ਚੋਣਾਂ ਵੇਲੇ ਸਾਡੇ ਗੁਰੂਆਂ ਦੀ ਫੋਟੋ ਲੈ ਕੇ ਸਹੁੰਆਂ ਖਾਦੀਆਂ ਜਾਂਦੀਆਂ ਵੀ ਮੈਨੂੰ ਸਰਪੰਚ ਬਣਾਓ ਤੇ ਮੈਂ ਆਹ ਕਰੂੰਗਾ, ਤੁਹਾਡਾ ਆਹ ਕੰਮ ਕਰੂੰਗਾ, ਤੇ ਉਹ ਅਸੀਂ ਸਾਰੀ ਅਵਸਥਾ ਦੇਖਦੇ ਆ। ਸੋ ਇਸ ਕਰਕੇ ਗੱਲ ਕਹਿਣ ਦੇ ਉੱਤੇ ਜਾਂ ਸੋਹ ਖਾ ਲੈਣੀ ਉਹਦੇ ਉੱਤੇ, ਮੈਂ ਇਹ ਸਮਝਦਾ ਵੀ ਅਮਲ ਦੇ ਵਿੱਚ ਕੰਮ ਜਿਹੜੇ ਉਹ ਦਿਸਣੇ ਚਾਹੀਦੇ ਆ ਵੀ ਅਸੀਂ ਦਲਿਤ ਸਮਾਜ ਲਈ ਕੀ ਕਰ ਰਹੇ ਹਾਂ। ਪਿਛਲੇ 74 ਵਰ੍ਹਿਆਂ ਦੇ ਦੌਰਾਨ ਆਜ਼ਾਦੀ ਤੋਂ ਬਾਅਦ ਅੱਜ ਹਾਲਤ ਸਾਡੀ ਇਹ ਹੈ ਤੇ ਦੇਸ਼ ਦੇ ਅੰਦਰ ਜਿੰਨੀਆਂ ਵੀ ਔਰਤਾਂ ਨਾਲ ਰੇਪ ਹੁੰਦੇ ਆ, ਮੰਦਭਾਗੀ ਗੱਲ ਮੈਂ ਕਹਿ ਰਿਹਾ, ਉਹਦੇ ਵਿੱਚ 82% ਜਿਹੜੀਆਂ ਦਲਿਤ ਔਰਤਾਂ ਨਾਲ ਹੁੰਦੇ ਆ। ਜੇ ਜੇਲ੍ਹਾਂ ਦੇ ਵਿੱਚ ਤੁਸੀਂ ਅੱਜ ਦੇਖ ਲਓ ਮੋਰ ਦੈਨ 85% ਲੋਕ ਜਿਹੜੇ ਆ ਉਹ ਦਲਿਤ SC ST ਲੋਕ ਨੇ। ਸੋ ਇਸ ਕਰਕੇ ਹਰ ਜਿਹੜਾ ਮਤਲਬ ਕ੍ਰਾਈਮ ਹੈ, ਹਰ ਜਿਹੜਾ ਜ਼ੁਲਮ ਹੈ, ਜਿਹੜੀ ਜ਼ਿਆਦਤੀ ਆ, ਉਹਦਾ ਸਭ ਤੋਂ ਵੱਡਾ ਵਾਰ ਜਿਹੜਾ ਸਮਾਜ ਦੇ ਕਮਜ਼ੋਰ ਤਬਕੇ ਤੇ ਪੈਂਦਾ ਆ। ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਦੋ ਸਵਾਲ ਨੇ ਇਹਦੇ ਉੱਤੇ। ਇੱਕ ਤੇ ਸਵਾਲ ਇਹ ਆ ਜਿਹੜੀਆਂ ਸੰਵਿਧਾਨਕ ਵਿਵਸਥਾਵਾਂ ਨੇ ਉਹਨਾਂ ਦੀ ਇੰਪਲੀਮੈਂਟੇਸ਼ਨ ਹੋਵੇ, ਓਨੈਸਟਲੀ ਹੋਵੇ, ਇਮਾਨਦਾਰੀ ਨਾਲ ਹੋਵੇ। ਦੂਜੀ ਗੱਲ, ਅਸੀਂ ਵਰਤਮਾਨ ਸਮੇਂ ਦੇ ਅੰਦਰ ਦਲਿਤਾਂ ਨੂੰ ਇਸ ਗੁਰਬਤ ਚੋਂ, ਇਸ ਮੰਦਹਾਲੀ ਚੋਂ ਕੱਢਣ ਲਈ ਕਰ ਕੀ ਸਕਦੇ ਹਾਂ। ਸੋ ਮੈਂ ਇਹ ਮਹਿਸੂਸ ਕਰਦਾ, ਫਿਰ ਮੈਂ ਉਸ ਗੱਲ ਤੇ ਆ ਰਿਹਾ ਤੇ ਨੀਅਤ ਸਾਫ਼ ਚਾਹੀਦੀ ਆ। ਜੇ ਨੀਅਤ ਸਾਫ਼ ਹੈ
ਤਾਂ ਫਿਰ ਤੁਹਾਨੂੰ ਇਹ ਆ ਵੀ ਉਹਨਾਂ ਲਈ ਕੁਝ ਐਲਾਨ ਕਰਨਾ ਚਾਹੀਦਾ। ਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਵੀ ਅੱਜ ਵੀ ਦੇਸ਼ ਦੇ ਅੰਦਰ 2% ਜ਼ਮੀਨ ਆ ਕੇਵਲ ਦਲਿਤਾਂ ਦੇ ਕੋਲ। ਇਹ ਸੱਚਾਈ ਹੈ ਸਾਡੀ। ਮਤਲਬ ਸੋ ਇਸ ਕਰਕੇ ਮਤਲਬ ਜਿਹੜੀ ਮੀਨ ਜੋ ਪ੍ਰੋਡਕਸ਼ਨ ਹੈ, ਜਿਹੜਾ ਪੈਦਾਵਾਰ ਦੇ ਸੋਮੇ ਨੇ ਭਾਰਤ ਦੇ ਅੰਦਰ, ਅਸੀਂ ਉਹਦੇ ਨੇੜੇ ਤੇੜੇ ਵੀ ਕਿਤੇ ਨਹੀਂ ਆਪੜਦੇ। ਤੋ ਇਸ ਕਰਕੇ ਕਿਸੇ ਨੂੰ ਚੰਗੇ ਕੱਪੜੇ ਪਵਾ ਕੇ, ਚੰਗੀ ਪੱਗ ਬਣਾ ਕੇ ਤੁਸੀਂ ਪੰਜਾਬ ਦਾ ਮੁੱਖ ਮੰਤਰੀ ਬਣਾ ਦਿਓ, ਬਣਨਾ ਚਾਹੀਦਾ। ਮੈਂ ਪਹਿਲਾਂ ਇਸ ਗੱਲ ਦੇ ਹੱਕ ਦੇ ਵਿੱਚ ਆ। ਲੇਕਿਨ ਇਕੱਲਾ ਚਿਹਰੇ ਦੇ ਨਾਲ ਜੇ ਤੁਹਾਡੇ ਮਤਲਬ ਜਿਹੜੇ ਆ ਉਹਨਾਂ ਦੀਆਂ ਵਾਜ਼ਿਬ ਮੰਗਾਂ ਦੇ ਉੱਤੇ ਤੁਹਾਡੀ ਕੰਸੈਂਟਰੇਸ਼ਨ ਨਹੀਂ ਆ, ਤੁਸੀਂ ਉਹਦੇ ਉੱਤੇ ਇਮਾਨਦਾਰੀ ਨਾਲ ਫੋਕਸ ਨਹੀਂ ਕਰ ਰਹੇ। ਅੱਜ ਵੀ ਮੈਂ ਕਿਹਾ ਸੀਗਾ ਤੇ ਅੱਜ ਵੀ ਜਿਹੜੀ ਉਹ 85ਵੀਂ ਸੋਧ ਜਿਹੜੀ ਆ ਪੰਜਾਬ ਦੀ ਸਰਕਾਰ ਭੱਜ ਗਈ ਤੱਕ ਉਹ ਆਪਣਾ ਲਾਗੂ ਨਹੀਂ। ਠੀਕ ਹੈ, ਇਹ ਗੱਲ ਛੱਡੋ। ਇਹਨਾਂ ਦੇ ਰਾਜ ਦੇ ਵਿੱਚ ਜੋ ਕੁਝ ਦਲਤਾਂ ਨਾਲ ਹੋਇਆ, ਉਹ ਮੁੰਡਾ ਭੀਮਟੈਕ ਅਬੋਰ ਵਾਲਾ ਕਟਰ ਨਾ ਕੱਟ ਕੇ ਅਕਾਲੀਆਂ ਦੇ ਵੱਡੇ ਲੀਡਰ ਨੇ ਜਿਹੜਾ ਜੇਲ੍ਹ ਦੇ ਵਿੱਚ ਆ। ਸੋ ਇਸ ਕਰਕੇ ਜਿਹੜਾ ਸਮਾਜਿਕ ਜ਼ਬਰ ਦਾ ਸਵਾਲ ਹੈ, ਜਿਹੜੀ ਨਫ਼ਰਤ ਆ, ਜਿਹੜੀ ਜ਼ਿਹਨੀ ਤੌਰ ਤੇ ਵੱਲ ਮੁੱਕਣੀ ਚਾਹੀਦੀ ਆ, ਜਿਹਦੇ ਲਈ ਸਾਡੇ ਸੰਵਿਧਾਨ ਦੇ ਅੰਦਰ ਬੜੀ ਮਨਾਹੀ ਆ। ਇਹਨੂੰ ਸਾਡੇ ਗੁਰੂਆਂ ਨੇ ਆਪਣੇ ਪੂਰੇ ਮਤਲਬ ਠੋਕ ਵਜਾ ਕੇ ਕਿਹਾ ਆ, ਮਾਨਸ ਕੀ ਜਾਤ ਸਭੇ ਇੱਕ ਬਚਾਨ। ਪਰ ਅੱਜ ਵੀ ਵਰਤਾਰੇ ਲਗਾਤਾਰ ਜਾਰੀ ਆ। ਸਾਨੂੰ ਚਲੋ ਠੀਕ ਹੈ, ਆਪਾਂ ਆਪਣੇ ਕੋਲ ਹੁਣ ਸਮਾਂ ਨਹੀਂ ਬਚਿਆ, ਸਾਡੀ ਵੀ ਪ੍ਰੋਫੈਸ਼ਨਲ ਮਜਬੂਰੀ ਹੈ। ਪਰ ਇਹ ਮੁੱਦਾ ਜਿਹੜਾ ਹੈ ਇਹ ਕਾਫੀ ਵੱਡਾ ਹੈ ਔਰ ਇਸ ਤੇ ਜਿਹੜੀ ਚਰਚਾ ਹੈ ਉਹ ਕਾਫੀ ਵੱਡੇ ਸੰਦਰਭ ਦੇ ਵਿੱਚ ਅੱਗੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਚੱਲਦੀ ਰਹੇਗੀ, ਕਿਉਂਕਿ 2022 ਬਹੁਤ ਨੇੜੇ ਆ ਗਿਆ ਔਰ ਹੁਣ ਇਲੈਕਸ਼ਨ ਮੋਡ ਦੇ ਵਿੱਚ ਪੰਜਾਬ ਸੂਬਾ ਜਿਹੜਾ ਹੈ ਉਹ ਪਹੁੰਚ ਚੁੱਕਿਆ ਹੈ। ਅਗਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਕੀ ਕਰਵਟ ਲੈਂਦੀ ਹੈ, ਖਾਸ ਕਰਕੇ ਦਲਿਤ ਮੁੱਦੇ ਤੇ, ਇਸ ਤੇ ਅਸੀਂ ਲਗਾਤਾਰ ਚਰਚਾਵਾਂ, ਡਿਬੇਟਸ ਕਰਦੇ ਰਵਾਂਗੇ ਔਰ ਲੋਕਾਂ ਦਾ ਵੀ ਜਿਹੜਾ ਪੱਖ ਹੈ, ਨੁਮਾਇੰਦਿਆਂ ਦਾ ਵੀ ਜਿਹੜਾ ਪੱਖ ਹੈ ਉਹ ਜਾਣਦੇ ਰਵਾਂਗੇ। ਅੱਜ ਦੀ ਇਸ ਡਿਬੇਟ ਨੂੰ ਫਿਲਹਾਲ ਸਾਨੂੰ ਇੱਥੇ ਹੀ ਖਤਮ ਕਰਨਾ ਪਏਗਾ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਇੱਕ ਬਹੁਤ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ, ਖਬਰਾਂ ਦਾ ਸਿਲਸਿਲਾ ਲਗਾਤਾਰ ਜਾਰੀ ਰਹੇ।